ਪੈਗੰਬਰ ਵਿਵਾਦ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਪਾਈ ਝਾੜ। ਕਿਹਾ ਨੂਪੁਰ ਨੇ ਡਿਬੇਟ ਵਿੱਚ ਭੜਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਹੋਈ ਉਦੈਪੁਰ ਦੀ ਘਟਨਾ। ਸੁਪਰੀਮ ਕੋਰਟ ਨੇ ਨੂਪੁਰ ਨੂੰ ਦੇਸ਼ ਤੋਂ ਮਾਫੀ ਮੰਗਣ ਲਈ ਕਿਹਾ। ਗੈਂਗਸਟਰ ਸੁੱਖਾ ਦੁੰਨੇਕੇ ਦਾ ਰੰਗਦਾਰੀ ਮੋਡਿਊਲ ਬੇਨਕਾਬ। ਲੁਧਿਆਣਾ ਪੁਲਿਸ ਨੇ 7 ਮੁਲਜ਼ਮਾਂ ਨੂੰ ਕੀਤਾ गिरफ्तार। ਕੈਨੇਡਾ ਬੈਠੇ ਸੁੱਖਾ ਦੁੰਨੇਕੇ ਨੇ ਸਨਅਤਕਾਰ ਸੁਭਾਸ਼ ਸ਼ਰਮਾ ਤੋਂ ਮੰਗੀ ਸੀ 3 ਕਰੋੜ ਦੀ ਰੰਗਦਾਰੀ। ਮੂਸੇਵਾਲਾ ਕਤਲकांड ਦੇ ਵਿੱਚ ਵੱਡੀ ਗ੍ਰਿਫਤਾਰੀ। ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਸਤਬੀਰ ਕਾਬੂ। ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਸੀ ਮੁਲਜ਼ਮ। ਅਸਲਾ ਪਹੁੰਚਾਉਣ ਦੇ ਲਈ ਵਰਤੀ ਗਈ ਫੋਰਚੂਨਰ ਗੱਡੀ ਵੀ ਬਰਾਮਦ। ਪੰਜਾਬ ਦੇ ਵਿੱਚ ਅੱਜ ਤੋਂ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਲਾਗੂ। ਸਰਕਾਰ ਦਾ ਦਾਅਵਾ ਤਕਰੀਬਨ 73 ਲੱਖ ਘਰੇਲੂ ਖਪਤਕਾਰਾਂ ਨੂੰ ਹੋਵੇਗਾ ਫਾਇਦਾ। ਮੁੱਖ ਮੰਤਰੀ ਬੋਲੇ ਅੱਜ ਪੰਜਾਬੀਆਂ ਦੇ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ। ਪੰਜਾਬ ਨੂੰ ਜਲਦ ਮਿਲ ਸਕਦਾ ਹੈ ਨਵਾਂ ਡੀਜੀਪੀ। ਮੌਜੂਦਾ ਡੀਜੀਪੀ ਵੀਕੇ ਪਾਵਰਾ ਨੇ ਕੇਂਦਰ ਦੇ ਵਿੱਚ ਸੇਵਾਵਾਂ ਦੀ ਜਿਤਾਈ ਇੱਛਾ। ਨਵੇਂ ਪੁਲਿਸ ਮੁਖੀ ਦੇ ਲਈ ਚਰਚਾ ਵਿੱਚ ਕਈ ਨਾਂ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਬੀਜੇਪੀ ਵਿੱਚ ਹੋਵੇਗਾ ਰਲੇਵਾਂ। ਇਸੇ ਮਹੀਨੇ ਹੀ ਬੀਜੇਪੀ ਵਿੱਚ ਮਰਜ ਹੋ ਸਕਦੀ ਹੈ ਪੰਜਾਬ ਲੋਕ ਕਾਂਗਰਸ। ਕੈਪਟਨ ਦੇ ਵਿਦੇਸ਼ ਤੋਂ ਪਰਤਣ ਤੇ ਲਿਆ ਜਾ ਸਕਦਾ ਹੈ ਫੈਸਲਾ। ਅਕਾਲੀ ਦਲ ਨੇ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦੇ ਦਿੱਤੇ ਸੰਕੇਤ। ਚੰਦੂ ਮਾਜਰਾ ਬੋਲੇ ਮੁਰਮੂ ਹਰ ਲਿਹਾਜ਼ ਦੇ ਨਾਲ ਅਕਾਲੀ ਦਲ ਦੀ ਵੋਟ ਦੀ ਹੱਕਦਾਰ। ਕੱਲ ਨੱਡਾ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਮੰਗੀ ਸੀ ਹਮਾਇਤ। ਅੱਜ ਤੋਂ ਐਲਪੀਜੀ ਸਿਲੰਡਰ ਹੋਇਆ ਸਸਤਾ। ਕਮਰਸ਼ੀਅਲ ਗੈਸ ਸਿਲੰਡਰ ਦੇ 198 ਰੁਪਏ ਘਟੇ ਰੇਟ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਕੋਈ ਬਦਲਾਅ। न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। कतलकांड का फॉर्च्यूनर कनैक्शन की है यह ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇਸ ਬੁਲੇਟਿਨ ਦੇ ਵਿੱਚ। ਮੂਸੇਵਾਲਾ ਕਤਲकांड ਦਾ ਨਵਾਂ ਗੁਨਾਹਗਾਰ ਸਾਹਮਣੇ ਆਇਆ ਹੈ। ਘੋੜਿਆਂ ਦਾ ਵਪਾਰੀ ਹੈਗਾ। ਫੋਰਚੂਨਰ ਸਣੇ ਮੁਲਜ਼ਮ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਤਬੀਰ ਸੀ। ਮੂਸੇਵਾਲਾ ਕਤਲकांड ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ। ਪਿਸਤੌਲ ਤੇ ਹੋਰ ਵਸਤਾਂ ਜਿਹੜੀਆਂ ਨੇ ਉਹ ਕਾਬੂ ਕੀਤੀਆਂ ਗਈਆਂ ਨੇ। ਉਸਦੇ ਕੋਲੋਂ ਜਿਹੜਾ ਹੈਗਾ ਉਹ ਉਸਨੇ ਮੁਹੱਈਆ ਕਰਾਈਆਂ। सतबीर के 3 साथी जिहड़े हैगे फरार दसे जा रहे हैं। दरअसल पुलिस ने कल जिस शख्स सतबीर सिंह नूं गिरफ्तार किया है उस ते मूसेवाला के कातलों नूं हथियार सप्लाई करने के इल्जाम लगे ने। फॉर्च्यूनर सने मुलजम सतबीर लुधियाना तो काबू किया गया है जो विदेश भजण की फिराक में सी। अमृतसर तो दिल्ली जा रहा सी सतबीर। पिस्तौल देसी कट्टा ते 2 कारतूस भी बरामद होए ने। सतबीर के 3 साथी फरार दसे जा रहे हैं। पुलिस पार्ट भी जुटी है ਤੇ ਗੱਡੀ ਦੇ ਵਿੱਚ ਬਟਾਲਾ ਵਾਸੀ ਮਨਦੀਪ ਸਿੰਘ ਤੂਫਾਨ, ਪਿੰਡ ਖਲਸੀਆਂ ਦਾ ਮਨਪ੍ਰੀਤ ਮਨੀ ਅਤੇ ਇੱਕ ਹੋਰ ਅਣਪਛਾਤਾ ਸ਼ਖਸ ਵੀ ਸੀ ਜੋ ਪਹਿਲਾਂ ਹੀ ਫਰਾਰ ਹੋ ਗਏ। ਪਰ ਸਤਬੀਰ ਨੂੰ ਪੁਲਿਸ ਨੇ ਦਬੋਚ ਲਿਆ। ਇੱਕ ਬਲਾਕ ਵਿਕਾਸ ਅਧਿਕਾਰੀ ਸੰਦੀਪ ਕਾਲੋ ਦਾ ਨਾਮ ਵੀ ਸਾਹਮਣੇ ਆਇਆ ਹੈ ਤੇ ਸੰਦੀਪ ਕਾਲੋ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਹੈ ਕਿ ਸਤਬੀਰ ਸਿੰਘ ਨੇ ਆਪਣੀ ਕਾਰ ਦੇ ਵਿੱਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਕਤਲੇਆਮ ਤੋਂ ਬਾਅਦ ਅੰਮ੍ਰਿਤਸਰ ਦੇ ਵਸਨੀਕ ਸੰਦੀਪ ਕਾਲੋ ਉਰਫ ਸੋਨਾ ਨੇ ਉਸ ਨੂੰ ਇੱਕ ਦੇਸੀ ਪਿਸਤੌਲ ਅਤੇ ਕਾਰਤੂਸ ਦਿੱਤੇ ਅਤੇ ਦੱਸਿਆ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ, ਤੁਸੀਂ ਇਹ ਹਥਿਆਰ ਆਪਣੇ ਬਚਾ ਲਈ ਰੱਖੋ, ਕੁਝ ਦਿਨਾਂ ਬਾਅਦ ਹੋਰ ਹਥਿਆਰ ਦੇਵਾਂਗੇ। ਫਤਿਹਗੜ੍ਹ ਚੂੜੀਆਂ ਦੇ ਵਾਸੀ ਰਣਜੀਤ ਸਿੰਘ ਨੇ ਕਿਹਾ ਸੀ ਕਿ ਅਸੀਂ 10 ਲੱਖ ਰੁਪਏ ਖਰਚ ਕੇ ਪਾਸਪੋਰਟ ਬਣਵਾ ਕੇ ਤੁਹਾਨੂੰ ਵਿਦੇਸ਼ ਭੇਜ ਦੇਵਾਂਗੇ, ਉੱਥੇ ਤੁਹਾਨੂੰ ਕੋਈ ਖਤਰਾ ਨਹੀਂ ਹੋਵੇਗਾ। ਯਾਨੀ ਨੈਕਸਸ ਕਿੰਨਾ ਵੱਡਾ ਹੈ। ਘੋੜਿਆਂ ਦਾ ਵਪਾਰੀ ਜਿਹੜਾ ਹੈਗਾ ਉਹ ਮੌਤ ਦਾ ਵਪਾਰੀ ਬਣ ਜਾਂਦਾ ਹੈ। ਘੋੜਿਆਂ ਦਾ ਕਾਰੋਬਾਰ ਕਰਨ ਵਾਲਾ ਸਤਬੀਰ ਮੌਤ ਦਾ ਵਪਾਰੀ ਕਿਵੇਂ ਬਣਦਾ ਹੈ? ਕਿਉਂਕਿ ਉਸਨੇ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਜਿਹੜਾ ਸਤਬੀਰ ਹੈ, ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਹੈ ਸਤਬੀਰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਉਸਦਾ ਲਿੰਕ ਹੈ। ਸਟੱਡ ਫਾਰਮ ਦਾ ਮਾਲਕ ਹੈਗਾ ਸਤਬੀਰ। ਜਿਸ ਸਤਬੀਰ ਦੇ ਕੋਲ ਸਤਬੀਰ ਦੇ ਕੋਲ ਜਿਹੜੇ ਹੈਗੇ 40 ਤੋਂ ਵੱਧ ਘੋੜੇ ਘੋੜੀਆਂ ਨੇ ਤੇ 40 ਤੋਂ ਵੱਧ ਜਿਹੜੇ ਘੋੜੇ ਘੋੜੀਆਂ ਨੇ ਉਸ ਦਾ ਮਾਲਕ ਸਟੱਡ ਫਾਰਮ ਦਾ ਮਾਲਕ ਸਤਬੀਰ ਜਿਹੜਾ ਹੈਗਾ ਦਿੱਲੀ ਨੰਬਰ DL
4CNE 3716 ਫੋਰਚੂਨਰ ਜਿਹੜੀ ਹੈਗੀ ਜਿਸ ਤੋਂ ਉਸਦੀ ਗ੍ਰਿਫਤਾਰੀ ਹੋਈ ਹੈ ਹਥਿਆਰਾਂ ਵਾਲੀ ਫੋਰਚੂਨਰ ਤੇ ਇਸੇ ਫੋਰਚੂਨਰ ਵਿੱਚ ਹਥਿਆਰ ਸਪਲਾਈ ਹੋਏ ਸਨ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ। ਇਸੇ ਫੋਰਚੂਨਰ ਦੇ ਵਿੱਚ ਹਥਿਆਰ ਸਪਲਾਈ ਕੀਤੇ ਗਏ ਸਨ। ਸਤਬੀਰ ਸਿੰਘ ਦੀ ਇਹ ਫੋਰਚੂਨਰ ਹੈਗੀ ਹੈ। ਸਤਬੀਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਹੜਾ ਖੁਦ ਸਟੱਡ ਫਾਰਮ ਦਾ ਮਾਲਿਕ ਹੈਗਾ ਤੇ 19 ਮਈ ਨੂੰ ਬਠਿੰਡਾ ਵਿੱਚ ਪੈਟਰੋਲ ਪੰਪ ਤੇ ਫੋਰਚੂਨਰ ਨਜ਼ਰ ਆਈ ਸੀ। ਉਸ ਤੋਂ ਬਾਅਦ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਪੈਟਰੋਲ ਪੰਪ ਤੇ ਸ਼ੂਟਰਾਂ ਨੂੰ ਹਥਿਆਰ ਦਿੱਤੇ ਗਏ ਸਨ। ਪੁਲਿਸ ਨੇ ਜਾਂਚ ਕੀਤੀ। ਜਾਂਚ ਕਰਨ ਤੋਂ ਬਾਅਦ ਸਤਬੀਰ ਦੀ ਗ੍ਰਿਫਤਾਰੀ ਹੋਈ ਹੈ। ਫੋਰਚੂਨਰ ਦਾ ਨੰਬਰ ਦਿੱਲੀ ਦਾ ਹੈ DL4CNE 8716 ਨੰਬਰ ਹੈਗਾ ਫੋਰਚੂਨਰ ਦਾ। ਸੋ ਘੋੜਿਆਂ ਦੇ ਫਾਰਮ ਦਾ ਮਾਲਿਕ ਸਤਬੀਰ ਸਿੰਘ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਤੇ ਹਥਿਆਰ ਸਪਲਾਈ ਕਰਨ ਦਾ ਪਹਿਲਾਂ ਵੀ ਉਸ ਤੇ ਕੇਸ ਦਰਜ ਹੈ। ਹਾਲਾਂਕਿ ਉਸ ਦੇ ਸਟੱਡ ਫਾਰਮ ਦੇ ਵਿੱਚ 40 ਤੋਂ ਵੱਧ ਘੋੜੇ ਘੋੜੀਆਂ ਉਸ ਦੇ ਕੋਲ ਨੇ, ਪਰ ਇੱਕ ਘੋੜਿਆਂ ਦਾ ਵਪਾਰੀ ਜਿਹੜਾ ਸੀਗਾ ਮੌਤ ਦਾ ਕਾਰੋਬਾਰੀ ਕਿਵੇਂ ਬਣਿਆ ਇਸ ਨੂੰ ਲੈ ਕੇ ਵੱਡਾ ਸਵਾਲ ਹੈ। ਸਾਡੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ ਇਸੇ ਮਾਮਲੇ ਤੇ ਨਾਲ ਹੀ ਰਾਜੀਵ ਸਾਡੇ ਨਾਲ ਜੁੜ ਰਹੇ ਨੇ ਇਸੇ ਮਾਮਲੇ ਤੇ ਵਧੇਰੀ ਜਾਣਕਾਰੀ ਦੇ ਨਾਲ। ਸਭ ਤੋਂ ਪਹਿਲਾਂ ਮਨੋਜ ਤੁਹਾਡੇ ਕੋਲ ਆਣਾ ਚਾਹਾਂਗਾ, ਸਤਬੀਰ ਦੀ ਗ੍ਰਿਫਤਾਰੀ ਕੀ ਕੁਝ ਖੁਲਾਸੇ ਹੋਏ ਨੇ? ਗਗਨ, ਜਿੱਦਾਂ ਤੁਸੀਂ ਵੀ ਦੱਸਿਆ ਕਿ ਇੱਕ ਵਪਾਰੀ ਜਿਹੜਾ ਹੈਗਾ ਘੋੜਿਆਂ ਦਾ ਵਪਾਰੀ ਅਚਾਨਕ ਇਹ ਤਸਕਰੀ 'ਚ ਸਾਹਮਣੇ ਕਿਸ ਤਰ੍ਹਾਂ ਆਇਆ, ਕਿਉਂਕਿ ਹੁਣ ਕੜੀ ਦਰ ਕੜੀ ਜੁੜਦੀ ਨਜ਼ਰ ਆ ਰਹੀ। ਜਿੱਦਾਂ ਤੁਸੀਂ ਵੀ ਕਿਹਾ ਕਿ 19 ਮਈ ਨੂੰ ਇੱਕ ਦਿੱਲੀ ਨੰਬਰ ਫੋਰਚੂਨਰ ਜਿਹੜੀ ਹੈ ਪੈਟਰੋਲ ਪੰਪ ਤੇ ਵੇਖੀ ਗਈ। ਹੁਣ ਕੜੀ ਦਰ ਕੜੀ ਕਿਸ ਤਰ੍ਹਾਂ ਜੁੜ ਰਹੀ ਹੈ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ ਲੈ ਕੇ ਬਹੁਤ ਵੱਡੀ ਪਲੈਨਿੰਗ ਹੋਈ ਹੈ। ਅਸੀਂ ਪਹਿਲਾਂ ਤੋਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਇਹ ਸਤਬੀਰ ਅਰੈਸਟ ਕੀਤਾ ਇਹਨੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਪਹਿਲਾਂ ਜਿਹੜੇ ਹਥਿਆਰ ਸਪਲਾਈ ਹੋਏ ਹੈ ਔਰ ਸਭ ਤੋਂ ਵੱਡੀ ਇਹਦੇ ਵਿੱਚ ਗੱਲ ਇਹ ਹੈ ਕਿ ਜਿੱਥੇ ਰਹਿੰਦਾ ਹੈ ਉਹਦੇ ਬਿਲਕੁਲ ਨੇੜੇ ਬਾਰਡਰ ਹੈਗਾ, ਬਾਰਡਰ ਹੈ ਪਾਕਿਸਤਾਨ ਦਾ ਬਾਰਡਰ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਇਹਦੇ ਮਾਮਲੇ ਦਰਜ ਨੇ ਤੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਇਹਦੇ ਤੇ ਇਲਜ਼ਾਮ ਲੱਗੇ ਹੋਏ ਨੇ। ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਆਈ ਹੈ ਕਿ ਸਤਬੀਰ ਨੂੰ ਜਿਹੜਾ ਅਰੈਸਟ ਕੀਤਾ ਹੈ ਤੇ ਹੁਣ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ 'ਚ ਹੋ ਸਕਦੇ ਹਨ। ਹਾਲਾਂਕਿ ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਦੋ ਜਿਹੜੇ ਐਕਿਊਜ਼ ਫੜੇ ਗਏ ਸੀ, ਬਲਜੀਤ ਚੌਧਰੀ ਨੂੰ ਫੜਿਆ ਸੀਗਾ, ਉਹਦੇ ਪੁੱਛਗਿੱਛ 'ਚ ਕਈ ਗੱਲਾਂ ਸਾਹਮਣੇ ਆਈ ਕਿ ਇੱਕ ਸਤਬੀਰ ਨਾਂ ਦਾ ਜਿਹੜਾ ਬੰਦਾ ਹੈ ਉਹ ਹਥਿਆਰਾਂ ਦੀ ਸਪਲਾਈ ਹੋਈ ਹੈ। ਫੋਰਚੂਨਰ ਗੱਡੀ ਦਿੱਲੀ ਨੰਬਰ, ਹੁਣ ਤੁਸੀਂ ਕੜੀਆਂ ਦਰ ਕੜੀ ਜੋੜੋ। ਸਿੱਧੂ ਮੂਸੇਵਾਲੇ ਜਦ ਮਰਡਰ ਹੋਇਆ ਤੇ ਦੋ ਗੱਡੀਆਂ ਦਿੱਲੀ ਨੰਬਰ ਕਰੋਲਾ ਗੱਡੀ ਤੇ ਬਰੈਰੋ ਗੱਡੀ DL10CT 0196 ਕਰੋਲਾ ਗੱਡੀ ਇਹ ਸਾਰੀ ਪ੍ਰੋਵਾਈਡ ਹੋਈ। ਉਸ ਤੋਂ ਬਾਅਦ ਹਥਿਆਰ ਕਿੱਥੋਂ ਆਏ? ਕਿਉਂਕਿ ਪ੍ਰਿਵਤ ਫੌਜੀ ਤੋਂ ਪੁੱਛਗਿੱਛ ਵਿੱਚ ਇਹ ਚੀਜ਼ਾਂ ਸਾਹਮਣੇ ਆਈ ਹੈ ਕਿ ਵਾਰਦਾਤ ਤੋਂ ਸਿੱਧੂ ਮਰਡਰ ਤੋਂ 1 ਮਹੀਨੇ 15 ਦਿਨ ਪਹਿਲਾਂ ਹਥਿਆਰ ਇੱਥੇ ਪਹੁੰਚ ਚੁੱਕੇ ਸੀ। ਯਾਨੀ ਕਿ ਫਤਿਹਬਾਦ ਤੇ ਬਟਿੰਡਾ ਦੀ ਜਿਹੜੀ ਬੈਲਟ ਹੈ ਆਪਾਂ ਗੱਲ ਕਰੀਏ ਉੱਥੇ ਹਥਿਆਰ ਪਹੁੰਚ ਚੁੱਕੇ ਸੀ। ਉਸ ਤੋਂ ਬਾਅਦ ਸ਼ਾਰਪ ਸ਼ੂਟਰ ਹੈ ਉਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤੇ ਗਏ। ਉਸ ਤੋਂ ਬਾਅਦ ਲਗਾਤਾਰ ਰੈਕੀ ਹੋ ਰਹੀ ਸੀ ਕਿਉਂਕਿ ਪੁਲਿਸ ਵੀ ਇਹ ਲਗਾਤਾਰ ਗੱਲ ਮੰਨ ਰਹੀ ਹੈ, ਗੱਲਬਾਤ ਕਰ ਰਹੀ ਹੈ ਕਿ 8-10 ਵਾਰ ਰੈਕੀ ਹੋਈ ਹੈ ਸਿੱਧੂ ਮੂਸੇਵਾਲੇ ਦੀ। 27 ਤਾਰੀਖ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਬਚ ਗਿਆ, ਲੇਕਿਨ 29 ਤਾਰੀਖ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਹੁਣ ਤੁਸੀਂ ਸਤਬੀਰ ਦੀ ਗੱਲ ਕਰ ਰਹੇ ਹੋ, ਸਤਬੀਰ ਇਹਦੇ ਵਿੱਚ ਬਹੁਤ ਅਹਿਮ ਕੜੀ ਹੈ। ਪਹਿਲਾਂ ਜਿਹੜੇ ਬਲਜੀਤ ਚੌਧਰੀ ਨੂੰ ਫੜਿਆ ਸੀਗਾ ਉਹਦੇ ਵਿੱਚ ਸਤਬੀਰ ਦਾ ਨਾਂ ਆਇਆ ਸੀ। ਹਾਲਾਂਕਿ ਹਜੇ ਤਿੰਨ ਜਿਹੜੇ ਹੋਰ ਬਦਮਾਸ਼ ਇਹਦੇ ਵਿੱਚ ਸ਼ਾਮਿਲ ਨੇ ਉਹ ਫਰਾਰ ਦੱਸੇ ਜਾ ਰਹੇ ਨੇ। ਫਰਜ਼ੀ ਪਾਸਪੋਰਟ ਬਣਾ ਕੇ ਇਹ ਕੈਨੇਡਾ ਭੇਜਣ ਦੀ ਜਿਹੜੀ ਹੈ ਤਿਆਰੀ 'ਚ ਸੀਗਾ। ਫਰਜ਼ੀ ਪਾਸਪੋਰਟ ਜਿਹੜਾ ਇਮੀਗ੍ਰੇਸ਼ਨ ਵਾਲਾ ਹੈ ਉਹਨੂੰ ਵੀ ਫੜਿਆ ਹੈ, ਉਹਦੇ ਕੋਲੋਂ ਵੀ ਪੁੱਛਗਿੱਛ ਹੋਈ ਹੈ। ਕਰੀਬ 10 ਲੱਖ ਦਾ ਇਹਨੂੰ ਦੇ ਕੇ ਅੱਗੇ ਫਰਜ਼ੀ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਲਾਂਕਿ ਜਦ ਪਹਿਲਾਂ ADG ਜਿਹੜਾ ਐਂਟੀ ਗੈਂਗਸਟਰ ਟੀਮ ਦੇ ਜਿਹੜੇ ਹੈਡ ਹੈ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਤੇ ਹੋਰ ਦੂਜਾ ਜਿਹੜਾ ਸਾਥੀ ਹੈ ਉਹ ਵੀ ਵਿਦੇਸ਼ ਭੱਜ ਗਏ ਦਸੰਬਰ 'ਚ। ਉਹਨਾਂ ਨੇ ਵੀ ਫਰਜ਼ੀ ਪਾਸਪੋਰਟ ਫੇਕ ਪਾਸਪੋਰਟ ਬਣਾਏ ਸੀਗੇ। ਹਾਲਾਂਕਿ ਬਲਦੇਵ ਨਿੱਕੂ ਜਿਹਨੂੰ ਗ੍ਰਿਫਤਾਰ ਕੀਤਾ ਸੀਗਾ ਉਹਦੇ ਕੋਲੋਂ ਫੇਕ ਪਾਸਪੋਰਟ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਬਰਾਮਦ ਹੋਈ ਸੀ। ਯਾਨੀ ਕਿ ਇਹ ਜਿਹੜਾ ਨੈਕਸਸ ਹੈ ਇਹ ਜਿਹੜਾ ਕਿਸ ਤਰ੍ਹਾਂ ਆਪਰੇਟ ਕਰ ਰਹੇ ਸੀਗੇ, ਕਿਸ ਤਰ੍ਹਾਂ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋਏ ਹੈ। ਕਿਸ ਤਰ੍ਹਾਂ ਦੀ ਪਲੈਨਿੰਗ ਹੋਈ, ਕਿਸ ਤਰ੍ਹਾਂ ਦੀ ਰੈਕੀ ਹੋਈ, ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਆਪਰੇਟ ਕਰ ਰਿਹਾ ਸੀਗਾ। ਹੁਣ ਕੜੀ ਦਰ ਕੜੀ ਗਗਨ ਇਹਦੇ ਵਿੱਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ, ਕਈ ਨਾ ਸਾਹਮਣੇ ਆ ਰਹੇ। ਹਾਲਾਂਕਿ ਹੁਣ ਜਿੰਨੇ ਵੀ ਲੋਕਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ, ਚਾਹੇ ਉਹ ਮੰਨਾ ਹੋਵੇ, ਚਿਰਾਜ ਮੁੰਟੂ ਹੋਵੇ, ਪਵਨ ਬਿਸ਼ਨੋਈ ਹੋਵੇ, ਕੇਕੜਾ ਹੋਵੇ, ਬਲਦੇਵ ਨਿੱਕੂ ਹੋਵੇ, ਪ੍ਰਭਦੀਪ ਸਿੰਘ ਹੋਵੇ, ਤੇ ਹੁਣ ਲੁਧਿਆਣਾ ਪੁਲਿਸ ਨੇ ਜਿਹੜੀ ਕਾਮਯਾਬੀ ਹਾਸਿਲ ਕੀਤੀ ਹੈ ਇਹ ਬਿਲਕੁਲ ਬਾਰਡਰ ਏਰੀਆ ਦੇ ਨਾਲ ਰਹਿਣ ਵਾਲਾ ਸਤਬੀਰ ਇਹ ਕਾਫੀ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈ, ਕਾਫੀ ਇੰਜੋਏ ਮौज ਮਸਤੀ ਕਰਨ ਵਾਲਾ ਜਿਹੜਾ ਦੱਸਿਆ ਜਾ ਰਿਹਾ। ਹਥਿਆਰਾਂ ਦਾ ਇਹਨੂੰ ਬਹੁਤ ਸ਼ੌਕ ਹੈ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਤੇ ਹਥਿਆਰਾਂ ਇਸ ਦੇ ਬਾਰੇ ਜਾਣਕਾਰੀ ਲੈਂਦੇ हैं। बिल्कुल मनोज इस बारे जानकारी लेंदे जी।
ਰਾਜੀਵ ਦੇ ਕੋਲ ਮੈਂ ਜਾ ਰਿਹਾ। ਰਾਜੀਵ, ਜਿਸ ਲੋਕੇਸ਼ਨ ਤੇ ਤੁਸੀਂ ਮੌਜੂਦ ਹੋ ਕਾਫੀ ਅਹਿਮ ਹੈ, ਪਹਿਲਾਂ ਉਸ ਲੋਕੇਸ਼ਨ ਦੇ ਬਾਰੇ ਦੱਸੋ, ਫਿਰ ਸਤਵੀਰ ਦਾ ਲਿੰਕ ਕੀ ਹੈਗਾ ਉਸ ਲੋਕੇਸ਼ਨ ਦੇ ਨਾਲ, ਇਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ। ਬਿਲਕੁਲ, ਇਸ ਵੇਲੇ ਕਾਫੀ ਚਰਚਾ ਹੋ ਰਹੀ ਹੈ ਜਿਸ ਨਾਮ ਦੀ ਸਤਵੀਰ ਸਿੰਘ, ਪਰ ਮੈਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਮੈਂ ਉਹਨਾਂ ਦੇ ਪਿੰਡ ਪਹੁੰਚਿਆ ਔਰ ਬੜਾ ਸਧਾਰਨ ਪਰਿਵਾਰ ਹੈ। ਤਾਂ ਇੱਕ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਉਸ ਦੇ ਸਟੱਡ ਫਾਰਮ ਦਾ, ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਘੋੜੇ ਘੋੜੀਆਂ ਨੇ ਤਾਂ ਇਹ ਉਹਨਾਂ ਦਾ ਇੱਕ ਜੱਦੀ ਕਾਰੋਬਾਰ ਹੈ। ਉਹਨਾਂ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਇਹਨਾਂ ਘੋੜਿਆਂ ਦਾ ਕਾਰੋਬਾਰ ਕਰ ਰਹੇ ਹਾਂ। ਇਸ ਤੋਂ ਇਲਾਵਾ ਡੇਅਰੀ ਫਾਰਮਿੰਗ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਤਾਂ ਜੇ ਸਤਵੀਰ ਜੋ ਹੈ ਉਹ 3 ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਭਰਾ ਔਰ ਕੁਝ ਅਸੀਂ ਕਹਿ ਸਕਦੇ ਕਿ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਔਰ 2.5 ਮਹੀਨੇ ਦਾ ਉਸਦਾ ਬੇਟਾ ਵੀ ਹੈ। ਤਾਂ ਪਰਿਵਾਰ ਕਿਤੇ ਨਾ ਕਿਤੇ ਸਦਮੇ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਸ ਨੂੰ ਇਸ ਜਾਲ ਦੇ ਵਿੱਚ ਫਸਾਇਆ ਗਿਆ। ਤਾਂ ਇੱਥੇ ਇੱਕ ਸਭ ਤੋਂ ਅਹਿਮ ਚੀਜ਼ ਜਿਹੜੀ ਸਾਹਮਣੇ ਆਈ ਹੈ ਕਿ 19 ਮਈ ਨੂੰ ਇੱਕ ਸੰਦੀਪ ਕਾਲੋ ਨਾਮ ਦਾ ਜਿਹੜਾ ਸ਼ਖਸ ਹੈ ਉਸਨੇ ਸਤਵੀਰ ਨੂੰ ਇਹ ਗੱਲ ਕਹੀ ਸੀ ਕਿ 3 ਦੋਸਤ ਨੇ ਉਸਦੇ ਜਾਂ ਕੋਈ ਰਿਸ਼ਤੇਦਾਰ ਨੇ। ਹਾਲਾਂਕਿ ਪਰਿਵਾਰ ਦੇ ਮੁਤਾਬਕ ਸਤਵੀਰ ਉਹਨਾਂ 3 ਲੋਕਾਂ ਨੂੰ ਨਹੀਂ ਜਾਣਦਾ ਜਿਨ੍ਹਾਂ ਦਾ ਜ਼ਿਕਰ ਪੁਲਿਸ ਵੀ ਕਰ ਰਹੀ ਹੈ। ਤਾਂ ਇਹ ਇੱਕ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਔਰ ਇੱਕ ਅਕਾਲੀ ਲੀਡਰ ਦਾ ਉਹ ਰਿਸ਼ਤੇਦਾਰ ਦੱਸਿਆ ਜਾ ਰਿਹਾ ਜਿਸ ਨੇ ਇਹ ਗੱਲ ਕਹੀ ਸੀ ਕਿ ਇਹਨਾਂ 3 ਮੇਰੇ ਦੋਸਤ ਨੇ ਜਾਂ ਰਿਸ਼ਤੇਦਾਰ ਨੇ, ਇਹਨਾਂ ਨੂੰ ਹਰੀਕੇ ਤੱਕ ਜੋ ਹੈ ਡ੍ਰੌਪ ਕਰ ਦਿੱਤਾ ਜਾਵੇ। ਹਾਲਾਂਕਿ ਜਦੋਂ ਹਰੀਕੇ ਪਹੁੰਚਦੇ ਨੇ ਤਾਂ ਬਾਅਦ ਦੇ ਵਿੱਚ ਇਸ ਤੇ ਇੱਕ ਇਹ ਜ਼ਰੂਰ ਹੈ ਕਿ ਜਿਹੜੀ ਫੋਰਚੂਨਰ ਗੱਡੀ ਹੈ ਉਹ ਜ਼ਰੂਰ ਸਤਵੀਰ ਸਿੰਘ ਦੀ ਸੀ, ਪਰ ਇਸ ਦੇ ਵਿੱਚ ਜਿਹੜੀ ਹੁਣ ਖਾਸ ਚੀਜ਼ ਸਾਹਮਣੇ ਆਈ, ਇਹ ਗੱਲ ਕਹੀ ਗਈ ਕਿ ਹਰੀਕੇ ਤੋਂ ਬਾਅਦ ਇਹ ਗੱਲ ਕਹੀ ਕਿ ਇਹਨਾਂ ਨੂੰ ਬਠਿੰਡੇ ਤੱਕ ਡ੍ਰੌਪ ਕਰ ਦਿਓ। ਉਸ ਤੋਂ ਬਾਅਦ ਸਤਵੀਰ ਜਦੋਂ 19 ਮਈ ਨੂੰ ਉਸ ਪੈਟਰੋਲ ਪੰਪ ਤੇ ਪਹੁੰਚਦਾ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਉਸ ਦੇ ਵਿੱਚ ਉਹ ਆਪਣੇ ਮੋਬਾਈਲ ਤੋਂ ਉਸ ਦੀ ਪੇਮੈਂਟ ਕਰਦਾ, ਯਾਨੀ ਗੂਗਲ ਪੇ ਤੋਂ ਪੇਮੈਂਟ ਕਰਦਾ। ਤਾਂ ਪਿਤਾ ਦਾ ਕਹਿਣਾ ਕਿ ਜੇਕਰ ਉਸ ਦੇ ਜ਼ਿਹਨ ਦੇ ਵਿੱਚ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਉਹ ਕੈਸ਼ ਪੇਮੈਂਟ ਵੀ ਕਰ ਸਕਦਾ ਸੀ। ਤਾਂ ਦੂਸਰੀ ਗੱਲ ਜਿਹੜੀ ਇਹ ਚਰਚਾਵਾਂ ਨੇ ਕਿ ਉਸ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਤਾਂ ਪਰਿਵਾਰ ਦੇ ਮੁਤਾਬਕ ਪੂਰਾ ਪਰਿਵਾਰ ਇੱਕ ਸਧਾਰਨ ਪਰਿਵਾਰ ਹੈ, ਆਪਣੇ ਕੰਮ ਦੇ ਵਿੱਚ ਮਸਤ ਰਹਿਣ ਵਾਲਾ ਪਰਿਵਾਰ ਹੈ। ਤਾਂ ਹੁਣ ਤੱਕ ਕਿਸੇ ਵੀ ਕੋਈ ਅਪਰਾਧਿਕ ਮਾਮਲੇ ਦੇ ਵਿੱਚ, ਕਿਸੇ ਵੀ ਕ੍ਰਿਮੀਨਲ ਕੇਸ ਦੇ ਵਿੱਚ ਕੋਈ ਵੀ ਕਾਰਵਾਈ ਪਰਿਵਾਰ ਤੇ ਅੱਜ ਤੱਕ ਨਹੀਂ ਹੋਈ। ਦੂਸਰੀ ਗੱਲ, ਜਿੱਥੋਂ ਤੱਕ ਹਥਿਆਰਾਂ ਦੇ ਸ਼ੌਂਕ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪਰਿਵਾਰ ਦਾ ਕਹਿਣਾ ਕਿ 3 ਭਰਾਵਾਂ ਦੇ ਕੋਲ ਕੋਈ ਵੀ ਲਾਇਸੈਂਸੀ ਵੈਪਨ ਜਿਹੜਾ ਅੱਜ ਤੱਕ ਉਹਨਾਂ ਨੇ ਨਹੀਂ ਲਿਆ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਤਲਵੰਡੀ ਰਾਏ ਦਾਦੂ ਪਿੰਡ ਦਾ ਜ਼ਿਕਰ ਕੀਤਾ ਜਾ ਰਿਹਾ, ਇਸ ਦਾ ਬਿਲਕੁਲ ਇਹ ਸਾਹਮਣੇ ਮਜ਼ਾਰ ਨਜ਼ਰ ਆ ਰਹੀ ਹੈ, ਉਸ ਦੇ ਸਾਹਮਣੇ ਇਹ ਘਰ ਹੈ। ਤਾਂ ਬੜਾ ਸ਼ਾਂਤ ਇਹ ਇਹਨਾਂ ਦਾ ਕਹਿਣਾ ਕਿ ਪਰਿਵਾਰ ਹੈ, ਬੜੇ ਆਪਣੇ ਕਾਰੋਬਾਰ ਦੇ ਵਿੱਚ ਰੁੱਝੇ ਰਹਿਣ ਵਾਲਾ ਪਰਿਵਾਰ ਹੈ। ਹਾਲਾਂਕਿ ਪਿਤਾ ਦੀ ਜਿਹੜੀ ਸਿਹਤ ਹੈ ਉਹ ਵੀ ਠੀਕ ਨਹੀਂ ਰਹਿੰਦੀ। ਤਾਂ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਇੱਕ ਵਾਰ ਹੈਰਾਨ ਜ਼ਰੂਰ ਹੁੰਦੇ ਨੇ। ਤਾਂ ਇਹ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੀਆਂ ਚਰਚਾਵਾਂ ਜਾਂ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਜੋ ਚਰਚਾਵਾਂ ਹੋ ਰਹੀਆਂ ਨੇ ਕਿ ਬਹੁਤ ਆਲੀਸ਼ਾਨ ਜਿਹੜੇ ਆ ਸ਼ੌਂਕ ਉਸਦੇ ਸੀ, ਤਾਂ ਉਸ ਦੇ ਬਿਲਕੁਲ ਉਲਟੇ ਤਸਵੀਰ ਆ ਤੁਸੀਂ ਦੇਖ ਸਕਦੇ ਹੋ। ਇਹ ਘਰ ਦੀ ਤਸਵੀਰ ਹੈ। ਘਰ ਦੇ ਅੰਦਰ ਜਿਸ ਤਰ੍ਹਾਂ ਘੋੜਿਆਂ ਦਾ ਮੈਂ ਜ਼ਿਕਰ ਕੀਤਾ ਕਿ ਸਟੱਡ ਫਾਰਮਿੰਗ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਘੋੜਿਆਂ ਦਾ ਕਾਰੋਬਾਰ ਕਰਦੇ ਨੇ ਔਰ ਬਹੁਤ ਸਾਰੇ ਭਾਵੇਂ ਉਹ ਸਿਆਸੀ ਲੋਕ ਹੋਣ ਜਾਂ ਬਹੁਤ ਵੱਡੇ ਜਿਹੜੇ ਘੋੜਿਆਂ ਦੇ ਵਪਾਰੀ ਨੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਨੇ, ਪਰ ਉਹ ਸਿਰਫ ਵਪਾਰਕ ਸੰਪਰਕ ਨੇ। ਤਾਂ ਇਸ ਕਰਕੇ ਜਦੋਂ ਇਸ ਪਰਿਵਾਰ ਦੇ ਨੌਜਵਾਨ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਜਦੋਂ ਕਿਹਾ ਗਿਆ ਕਿ ਉਸ ਦਾ ਬਹੁਤ ਵੱਡਾ ਕਨੈਕਸ਼ਨ ਹੈ, ਤਾਂ ਇੱਕ ਜਿਹੜਾ ਬੈਗ ਦਾ ਜ਼ਿਕਰ ਕੀਤਾ ਜਾ ਰਿਹਾ ਉਸ ਦੇ ਬਾਰੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਬੈਗ ਵੀ ਕਿਸੇ ਨੇ ਉਹਨਾਂ 3 ਲੋਕ ਜਿਹੜੇ 3 ਲੋਕਾਂ ਨੂੰ ਛੱਡਣ ਦੇ ਲਈ ਗੱਲ ਕਹੀ ਗਈ ਕਿ ਇਹਨਾਂ ਨੂੰ ਡ੍ਰੌਪ ਕਰਨਾ, ਉਹਨਾਂ 3 ਨੂੰ ਹੀ ਕਿਸੇ ਸ਼ਖਸ ਨੇ ਆ ਕੇ ਇੱਕ ਬੈਗ ਦਿੱਤਾ ਜ਼ਰੂਰ ਸੀ। ਇਹ ਗੱਲ ਸਾਹਮਣੇ ਆਈ ਹੈ, ਪਰ ਸਿੱਧੇ ਤੌਰ ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਬੇਟੇ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਲੇਖਾ ਜੋਖਾ ਜਾਂ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਪੁਲਿਸ ਹਾਲੇ ਇਨਵੈਸਟੀਗੇਸ਼ਨ ਕਰ ਰਹੀ ਹੈ। ਤੇ ਇਸ ਕਰਕੇ ਅਸੀਂ ਵੀ ਇੱਥੇ ਆ ਕੇ ਇਸੇ ਜਾਣਨ ਦੀ ਕੋਸ਼ਿਸ਼ ਦੇ ਲਈ ਪਹੁੰਚੇ ਕਿਉਂਕਿ ਚਰਚਾਵਾਂ ਬਹੁਤ ਸਾਰੀਆਂ ਹੁੰਦੀਆਂ ਨੇ, ਸੋਸ਼ਲ ਮੀਡੀਆ ਤੇ ਵੀ ਕਈ ਤਰ੍ਹਾਂ ਦੇ ਜਿਹੜੀਆਂ ਜਾਣਕਾਰੀਆਂ ਆਉਂਦੀਆਂ ਨੇ। ਤਾਂ ਇੱਕ ਗੱਲ ਇਹ ਸਾਹਮਣੇ ਆਈ ਕਿ ਹੁਣ ਤੱਕ ਸਤਵੀਰ ਤੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਹੀਂ ਸੀ ਦਰਜ, ਕੋਈ FIR ਦਰਜ ਨਹੀਂ ਸੀ। ਦੂਸਰੀ ਗੱਲ, ਕੋਈ ਵੀ ਲਾਇਸੈਂਸੀ ਵੈਪਨ ਪਰਿਵਾਰ ਦੇ ਕੋਲ ਨਹੀਂ ਹੈ। ਤਾਂ ਜਿੱਥੋਂ ਤੱਕ ਸਟੱਡ ਫਾਰਮਿੰਗ ਦੀ ਗੱਲ ਹੈ ਤਾਂ ਉਹ ਪਰਿਵਾਰ ਦਾ ਇੱਕ ਜੱਦੀ ਅਸੀਂ ਕਹਿ ਸਕਦੇ ਪੇਸ਼ਾ ਹੈ। ਉਹਨਾਂ ਦੇ ਪਿਤਾ ਇਹ ਕਈ ਸਾਲਾਂ ਤੋਂ ਕੰਮਕਾਰ ਕਰਦੇ ਆ ਰਹੇ ਨੇ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਡੇਅਰੀ ਫਾਰਮਿੰਗ ਔਰ ਜਿਹੜੀ ਸਟੱਡ ਫਾਰਮਿੰਗ ਆ ਉਹਦੇ ਨਾਲ ਇਹ ਜੁੜਿਆ ਪਰਿਵਾਰ ਹੈ। ਤਾਂ ਸਰਹੱਦੀ ਖੇਤਰ ਦੇ ਵਿੱਚ ਇਹ ਪਿੰਡ ਜ਼ਰੂਰ ਹੈ। ਇੱਕ ਦੂਸਰੀ ਗੱਲ, ਇਹ ਗੱਲ ਕਹੀ ਜਾ ਰਹੀ ਸੀ ਕਿ ਹੋ ਸਕਦਾ ਕਿ ਸਰਹੱਦੀ ਖੇਤਰ ਦੇ ਵਿੱਚ ਕੋਈ ਉਹਨਾਂ ਦੀ ਜ਼ਮੀਨ ਹੋਵੇ। ਤਾਂ ਪਰਿਵਾਰ ਦੇ ਮੁਤਾਬਕ ਉਹਨਾਂ ਦੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਵਾਹੀ ਵਾਲੀ ਜ਼ਮੀਨ ਹੈ ਉਹ ਨਹੀਂ ਹੈ। ਤਾਂ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਇੱਕ ਸਧਾਰਨ ਪਰਿਵਾਰ ਹੈ ਔਰ ਤੁਸੀਂ ਇਹ ਨਾ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਦਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਬੜੇ ਆਲੀਸ਼ਾਨ ਜਾਂ ਬੜੇ ਵੱਡੇ ਸ਼ੌਂਕ ਸੀ। ਤਾਂ ਘਰ ਦੇ ਵਿੱਚ ਕੁਝ ਜਿਹੜੀਆਂ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਪਿਤਾ ਦੀ ਤਬੀਅਤ ਜਿਹੜੀ ਉਹ ਠੀਕ ਨਹੀਂ ਹੈ। ਹਾਲਾਂਕਿ ਅਸੀਂ ਕੋਸ਼ਿਸ਼ ਜ਼ਰੂਰ ਉਹਨਾਂ ਦੇ ਬੇਨਤੀ ਕੀਤੀ ਸੀ ਪਰ ਉਹ ਕਹਿੰਦੇ ਅਸੀਂ
ਜੋ ਹੈ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ। ਪਰਿਵਾਰ ਦਾ ਪਰ ਪੱਖ ਇਹੀ ਹੈ ਕਿ ਬੜਾ ਸਧਾਰਨ ਔਰ ਆਪਣੇ ਕੰਮ ਦੇ ਵਿੱਚ ਮਸਤ ਰਹਿਣ ਵਾਲਾ ਨੌਜਵਾਨ ਸੀ। ਤਾਂ ਜਿਸ ਸ਼ਖਸ ਦਾ ਜ਼ਿਕਰ ਕੀਤਾ ਜਾ ਰਿਹਾ ਸੰਦੀਪ ਕਾਲੋਂ, ਤਾਂ ਉਹਨਾਂ ਦੇ ਨਾਲ ਵੀ ਵਪਾਰਕ ਸਬੰਧ ਜ਼ਰੂਰ ਸਨ ਔਰ ਰਾਜਨੀਤਿਕ ਸਬੰਧ ਵੀ ਕਹਿ ਸਕਦੇ ਆ ਕਿ ਅਸੀਂ ਵੀ ਉਹਦੇ ਨਾਲ ਸੀ। ਪਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਕਹਿਣਾ ਕਿ ਜਿਹੜੇ ਘੋੜਿਆਂ ਦਾ ਉਹਨਾਂ ਦਾ ਵਪਾਰ ਹੈ, ਤਾਂ ਕਈ ਵਾਰ ਉਹਨਾਂ ਦੇ ਕੋਲੋਂ ਘੋੜਿਆਂ ਦੀ ਖਰੀਦੋ ਫਰੋਖਤ ਵੀ ਸੰਦੀਪ ਸਿੰਘ ਕਾਲੋਂ ਕਰ ਚੁੱਕਾ ਹੈ। ਤਾਂ ਇਹ ਇੱਥੋਂ ਦੀ ਤਸਵੀਰ ਹੈ। ਪਰਿਵਾਰ ਦਾ ਆਪਣਾ ਪੱਖ ਹੈ। ਪੁਲਿਸ ਨੇ ਹਾਲਾਂਕਿ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਜਿਹੜੇ ਖੁਲਾਸੇ ਕਰਨ ਦੀ ਗੱਲ ਕਹੀ ਹੈ, ਪਰ ਪਰਿਵਾਰ ਦਾ ਪੱਖ ਇਹੀ ਹੈ ਕਿ ਬੜਾ ਸਧਾਰਨ ਨੌਜਵਾਨ ਹੈ ਔਰ ਛੋਟਾ ਉਸਦਾ ਬੇਟਾ 2.5 ਮਹੀਨੇ ਦਾ। ਤਾਂ ਇਸ ਕਰਕੇ ਪਰਿਵਾਰ ਦਾ ਇਹ ਆਪਣਾ ਪੱਖ ਹੈ। ਤਾਂ ਇਹ ਵੀ ਦਿਖਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਬਹੁਤ ਸਾਰੀਆਂ ਜਿਹੜੀ ਚਰਚਾਵਾਂ ਸੋਸ਼ਲ ਮੀਡੀਆ ਤੇ ਬਿਨਾਂ ਕਿਸੇ ਦੇ ਗੱਲਬਾਤ ਕੀਤਿਆਂ ਜਿਹੜੀਆਂ ਚੱਲਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਪਰਿਵਾਰਾਂ ਤੇ ਵੀ ਉੱਪਰ ਇੱਕ ਮਾੜਾ ਪ੍ਰਭਾਵ ਜ਼ਰੂਰ ਪੈਂਦਾ। ਹਾਲਾਂਕਿ ਪੁਲਿਸ ਦੀ ਜਾਂਚ ਹੋ ਰਹੀ ਹੈ, ਜੇਕਰ ਉਸ ਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ ਤਾਂ ਅਸੀਂ ਕੋਈ ਉਹਦਾ ਪੱਖ ਨਹੀਂ ਪੂਰ ਰਹੇ, ਪਰ ਪਰਿਵਾਰ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਸੀ ਕਿ ਆਖਿਰਕਾਰ, ਕਿਉਂਕਿ ਉਹਦੀਆਂ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਘੋੜਿਆਂ ਦੇ ਨਾਲ ਵਾਇਰਲ ਹੋ ਰਹੀਆਂ ਨੇ, ਤਾਂ ਇਹ ਦੱਸਿਆ ਜਾ ਰਿਹਾ ਕਿ ਸ਼ਾਇਦ ਬਹੁਤ ਵੱਡਾ ਕੋਈ ਸਟੱਡ ਫਾਰਮ ਹੈ, ਕਿ ਬੜੇ ਆਲੀਸ਼ਾਨ ਉਹਦੇ ਸ਼ੌਂਕ ਹੋ ਸਕਦੇ, ਹਥਿਆਰਾਂ ਦਾ ਬਹੁਤ ਵੱਡਾ ਸ਼ੌਕੀਨ ਸੀ। ਪਰ ਪਰਿਵਾਰ ਦੀ ਜਿਹੜੀ ਕਹਾਣੀ ਹੈ ਉਹ ਬਿਲਕੁਲ ਵੱਖਰੀ ਹੈ। ਬੜਾ ਆਮ ਸਧਾਰਨ ਪਰਿਵਾਰ ਹੈ, ਪਿੰਡਾਂ ਦੇ ਵਿੱਚ ਰਹਿਣ ਵਾਲਾ, ਔਰ ਘਰ ਦੇ ਹਾਲਾਤ ਜਿਹੜੇ ਅਸੀਂ ਤੁਹਾਨੂੰ ਦਿਖਾਏ ਕਿ ਕੋਈ ਬਹੁਤ ਵੱਡੀ ਕੋਈ ਆਲੀਸ਼ਾਨ ਕੋਠੀ ਜਾਂ ਕੋਈ ਬੰਗਲਾ ਨਹੀਂ ਹੈ, ਬਲਕਿ ਆਮ ਪਿੰਡਾਂ ਦੇ ਵਿੱਚ ਜਿਹੜੇ ਘਰ ਹੁੰਦੇ ਨੇ ਉੱਦਾਂ ਦਾ ਘਰ ਹੈ। ਕੋਈ ਜ਼ਮੀਨ ਪਰਿਵਾਰ ਦੇ ਕੋਲ ਨਹੀਂ ਹੈ। ਤਾਂ ਸਿਰਫ ਤੇ ਸਿਰਫ ਇਹ ਪਰਿਵਾਰ ਜਿਹੜਾ ਇਹਨਾਂ ਜਿਹੜੇ ਮਾਲ ਡੰਗਰ ਹੈ ਇਹਦੇ ਉੱਪਰ ਹੀ ਨਿਰਭਰ ਹੈ। ਤਾਂ ਘੋੜਿਆਂ ਦਾ ਕਾਰੋਬਾਰ ਜ਼ਰੂਰ ਕਰਦੇ ਨੇ, ਘੋੜਿਆਂ ਦੇ ਕਾਰੋਬਾਰ ਕਰਕੇ ਬਹੁਤ ਸਾਰੇ ਲੋਕਾਂ ਦੇ ਨਾਲ ਲਿੰਕ ਨੇ, ਬਹੁਤ ਸਾਰੇ ਲੋਕਾਂ ਦੇ ਨਾਲ ਰਿਸ਼ਤੇ ਨੇ, ਪਰ ਉਹਨਾਂ ਦਾ ਕਹਿਣਾ ਜੀ ਰਾਜੀਵ ਬਿਲਕੁਲ ਪਰਿਵਾਰ ਦਾ ਆਪਣਾ ਪੱਖ ਹੈਗਾ। ਪਰਿਵਾਰ ਡੇਅਰੀ ਫਾਰਮਿੰਗ ਕਰਦਾ ਹੈ, ਸਟੱਡ ਫਾਰਮਿੰਗ ਦਾ ਜਿਹੜਾ ਹੈਗਾ ਉਹਨਾਂ ਦਾ ਕਾਰੋਬਾਰ ਹੈਗਾ। ਤੇ ਮਨੋਜ, ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਹੋ ਉਹ ਵੀ ਆਪਣੇ ਆਪ ਵਿੱਚ ਅਹਿਮ ਹੈਗੀ ਹੈ ਕਿ ਪੁਲਿਸ ਜਿਹੜੀ ਹੈਗੀ ਗ੍ਰਿਫਤਾਰ ਕਰੀ ਹੈ, ਕੜੀਆਂ ਜਿਹੜੀ ਹੈਗੀ ਉਹ ਜੋੜ ਰਹੀ ਹੈ। ਫਿਲਹਾਲ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੋਵਾਂ ਦਾ। ਰਾਜੀਵ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮਨੋਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ तमाम ਗੱਲਬਾਤ ਦੇ ਲਈ। ਸੋ ਮੇਰੇ ਦੋਸਤ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਸਤਵੀਰ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ, ਸਟੱਡ ਫਾਰਮ ਦਾ ਮਾਲਿਕ ਜ਼ਰੂਰ ਹੈਗਾ, ਪਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਟੱਡ ਫਾਰਮ ਜਿਹੜਾ ਹੈਗਾ ਉਹਨਾਂ ਦਾ ਜੱਦੀ ਪੇਸ਼ਾ ਹੈਗਾ। ਘੋੜਿਆਂ ਨੂੰ ਪਾਲਣਾ, ਘੋੜਿਆਂ ਦੀ ਖਰੀਦ ਫਰੋਖਤ ਜਿਹੜਾ ਹੈਗਾ ਉਹ ਜੱਦੀ ਪੇਸ਼ਾ ਹੈ। ਪੁਰਾਣੇ ਵਕਤ ਤੋਂ ਕਰਦੇ ਆ ਰਹੇ ਨੇ। ਸਤਵੀਰ ਦੇ ਪਿਤਾ ਵੀ ਇਹ ਕਾਰੋਬਾਰ ਕਰਦੇ ਆ ਰਹੇ ਨੇ ਔਰ ਪਿਤਾ ਦੇ ਕਾਰੋਬਾਰ ਦੇ ਨਾਲ ਹੀ ਸਤਵੀਰ ਜੁੜਿਆ ਹੋਇਆ ਹੈ। ਹਾਲਾਂਕਿ ਪਰਿਵਾਰ ਸਿੱਧੇ ਤੌਰ ਤੇ ਨਕਾਰ ਰਿਹਾ ਹੈ ਕਿ ਸਤਵੀਰ ਦੇ ਉੱਤੇ ਕੋਈ ਇਸ ਤਰੀਕੇ ਦਾ ਮਾਮਲਾ ਦਰਜ ਹੈਗਾ ਪਹਿਲਾਂ ਕੋਈ, ਇਹ ਉਹਨਾਂ ਨੂੰ ਨਹੀਂ ਪਤਾ। ਨਾਲ ਹੀ ਉਹਨਾਂ ਦੇ ਕੋਲ ਕੋਈ ਲਾਇਸੈਂਸੀ ਹਥਿਆਰ ਪਰਿਵਾਰ ਦੇ ਕੋਲ ਨਹੀਂ ਹੈਗਾ। ਉਹਨਾਂ ਨੇ 3 ਭਰਾ ਨੇ। ਸਤਵੀਰ ਜਿਹੜਾ ਹੈਗਾ, ਸਤਵੀਰ ਦੇ ਨਾਲ 2 ਭਰਾ ਹੋਰ ਨੇ ਉਸਦੇ, ਤੇ ਤਿੰਨੇ ਭਰਾਵਾਂ ਦੇ ਕੋਲ ਕੋਈ ਵੀ ਹਥਿਆਰ ਨਹੀਂ ਹੈਗਾ। ਇਹ ਬੜੇ ਕਲੀਅਰਲੀ ਜਿਹੜਾ ਹੈਗਾ ਪਰਿਵਾਰ ਨੇ ਕਹਿ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਜੇਕਰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਬਹੁਤ ਮਜ਼ਬੂਤ ਆਧਾਰ ਹੁੰਦਾ ਔਰ ਇਹ ਅਹਿਮ ਆਪਣੇ ਆਪ ਵਿੱਚ ਮਾਮਲਾ ਹੈਗਾ। ਇਸ ਕਰਕੇ ਇਸ ਮਾਮਲੇ ਵਿੱਚ ਅਜਿਹੀ ਗ੍ਰਿਫਤਾਰੀਆਂ ਜਿਹੜਾ ਹੈਗਾ ਉਹ ਚਾਹੇ ਬੇਸ਼ੱਕ ਅਪਰਾਧਿਕ ਪਿਛੋਕੜ ਹੈ ਜਾਂ ਨਹੀਂ ਹੈ, ਪਰ ਜਿਹੜੀ ਭੂਮਿਕਾ ਰਹੀ ਹੈ ਉਸ ਦੇ ਲਈ ਗ੍ਰਿਫਤਾਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਔਰ ਖੁਲਾਸੇ ਜਿਹੜੇ ਹੈਗੇ ਉਹ ਆਉਣ ਵਾਲੇ ਦਿਨਾਂ ਵਿੱਚ ਹੋਣਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।